ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ 13ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਭਾਈਖੇਲ। ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ। ਇਸ ਅੰਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 13ਵੇਂ ਅੰਗ ਤੇ ਸੁਸ਼ੋਭਿਤ ਬਾਣੀ ਦੇ ਅਰਥਾਂ ਨੂੰ ਸਮਝਾਂਗੇ। ਅਸੀਂ ਸੋਹਿਲਾ ਸਿਰਲੇਖ ਹੇਠ ਸ਼ਬਦਾਂ ਦੇ ਅਰਥ ਸਮਝ ਰਹੇ ਹਾਂ। ਇੱਥੇ ਇਹ ਸਪਸ਼ਟ ਕਰ ਦੇਣਾ ਲਾਜ਼ਮੀ ਹੈ, ਇਸ ਸੰਗ੍ਰਹਿ ਦਾ ਨਾਮ ਸੋਹਿਲਾ ਹੈ, ਕੀਰਤਨ ਸੋਹਿਲਾ ਨਹੀਂ। ਹੁਣ ਇਸੇ ਕੜੀ ਨੂੰ ਅੱਗੇ ਤੋੜਦੇ ਹੋਏ ਆਰਤੀ ਬਾਰੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਸਮਝਾਂਗੇ। ਭਾਰਤ ਦੀ ਸਥਾਪਿਤ ਪਰੰਪਰਾ ਵਿੱਚ ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜ ਦੇ ਅੱਗੇ ਦੀਵੇ ਘੁਮਾ ਕੇ ਪੂਜਾ ਕਰਨ ਦੇ ਢੰਗ ਨੂੰ ਆਰਤੀ ਕਿਹਾ ਜਾਂਦਾ ਹੈ। ਇਸ ਕਰਮ ਵਿੱਚ 4 ਵਾਰੀ ਚਰਨਾਂ ਅੱਗੇ, 2 ਵਾਰੀ ਨਾਭੀ ਉੱਤੇ, 1 ਵਾਰੀ ਮੂੰਹ ਉੱਤੇ ਅਤੇ 7 ਵਾਰੀ ਸਾਰੇ ਸਰੀਰ ਉੱਤੇ ਦੀਵੇ ਘੁਮਾਉਣੇ ਹੁੰਦੇ ਹਨ। ਇਹ ਦੀਵੇ 1 ਤੋਂ ਲੈ ਕੇ 100 ਤੱਕ ਹੋ ਸਕਦੇ ਹਨ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਦੀ ਆਰਤੀ ਦੀ ਨਿਖੇਧੀ ਕੀਤੀ ਹੈ। ਇਸ ਰੌਸ਼ਨੀ ਵਿੱਚ ਪਹਿਲਾਂ ਆਰਤੀ ਦੇ ਇਸ ਸ਼ਬਦ ਨੂੰ ਧਿਆਨ ਨਾਲ ਸੁਣਦੇ ਹਾਂ। ਰਾਗ ਧਨਾਸ਼ੀ ਮੱਲਾ ਪਹਿਲਾ। गगन में थाल रविचंद दीपक बने, तारका मंडल जनक मोती, धूप मलियान लो पवन चबरो करे, सगल बन राय फूलंत ज्योति। कैसी आरती होए खंडना तेरी आरती, अनता शब्द वाजंत पेरी रहाओ। सहस तव नैन नन नैन है तोहे, को सहस मूरत नन एक तोही। सहस पद विमल नन एक पद गंध बिन, सहस सब गंध विचलत मोही। सब में जोत जोत है सोए, जिस दे चानन सब में चानन होए। विसाखी जोत प्रगट होए, ज्योतिष पावे सो आरती होए। हर चरण कमल मकरंद लोभित, मनो अनदिनो मोहे आही प्यासा। कृपा जल दे नानक सारंग को, होए जाते तेरे नाए वासा। ਇਸ ਸ਼ਬਦ ਤੋਂ ਬਿਲਕੁਲ ਸਪਸ਼ਟ ਹੈ ਕਿ ਗੁਰੂ ਸਾਹਿਬ ਸਿੱਖਾਂ ਨੂੰ ਸਮਝਾ ਰਹੇ ਹਨ ਕਿ ਕਿਵੇਂ ਸਾਰਾ ਬ੍ਰਹਿਮੰਡ ਹੁਕਮ ਵਿੱਚ ਰਹਿ ਕੇ ਕਰਤਾਰ ਦੀ ਕੁਦਰਤੀ ਆਰਤੀ ਕਰ ਰਿਹਾ ਹੈ। ਇਸ ਨੂੰ ਮਾਣੋ, ਇਸ ਦੀ ਵਡਿਆਈ ਨੂੰ ਸਮਝੋ। ਕੁਦਰਤ ਵੱਲੋਂ ਕਰਤਾ ਪੁਰਖ ਦੀ ਆਰਤੀ ਕਰਦੇ ਹੋਏ ਦੱਸ ਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਸ ਦੀ ਹਜ਼ੂਰੀ ਦੇ ਅਨੁਭਵ ਦੀ ਪ੍ਰੇਰਨਾ ਕੀਤੀ ਹੈ। ਇਹ ਵੀ ਕਿ ਕਰਮ ਕਾਂਡੀ ਆਰਤੀ ਕਰਕੇ ਅਕਾਲ ਪੁਰਖ ਦੀ ਹੋ ਰਹੀ ਦਿਵ ਆਰਤੀ ਨੂੰ ਛੁਟਿਆਓ ਨਾ। ਆਓ ਹੁਣ ਇਸ ਦਾ ਅਰਥ ਵੀ ਸਮਝਦੇ ਹਾਂ। ਰਾਗ ਧਨਾਸ਼ੀ ਮੱਲਾ ਪਹਿਲਾ। गगन में थाल रविचंद दीपक बने, तारका मंडल जनक मोती, धूप मलियान लो पवन चबरो करे, सगल बन राय फूलंत ज्योति। पहला पद अर्थ। गगन आकाश, गगन में गगनमय आकाश रूप सारा आकाश। रवि सूरज, दीपक दीवे, जनक जानो मानो जिवें की। मलयान लो, ਮਲੈ ਅਨਲੋ, ਮਲੈ ਪਹਾੜ ਵੱਲੋਂ ਆਉਣ ਵਾਲੀ ਹਵਾ। ਅਨਲ ਯਾਨੀ ਹਵਾ। ਮਲੈ ਪਰਬਤ ਉੱਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਭਰੀ ਹੁੰਦੀ ਹੈ। ਮਲੈ ਪਹਾੜ ਭਾਰਤ ਦੇ ਦੱਖਣ ਵਿੱਚ ਹੈ। ਸਗਲ ਸਾਰੀ, ਬਨ ਰਾਏ ਯਾਨੀ ਬਨਸਪਤੀ, ਫੁਲੰਤ ਫੁੱਲ ਦੇ ਰਹੀ ਹੈ, ਜੋਤੀ ਜੋਤ ਰੂਪ ਪ੍ਰਭੂ। ਹੁਣ ਅਰਥ। ਸਾਰਾ ਆਕਾਸ਼ ਮਾਨੋ ਥਾਲ ਹੈ। ਸੂਰਜ ਅਤੇ ਚੰਦ ਉਸ ਥਾਲ ਵਿੱਚ ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ ਜਿਵੇਂ ਥਾਲ ਵਿੱਚ ਮੋਤੀ ਰੱਖੇ ਹੋਏ ਹਨ। ਮਲੈ ਪਰਬਤ ਵੱਲੋਂ ਆਉਣ ਵਾਲੀ ਸੁਗੰਧਿਤ ਹਵਾ ਮਾਨੋ ਧੂਪ ਧੁਖ ਰਹੀ ਹੈ, ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਦੇ ਰਹੀ ਹੈ। ਕੈਸੀ ਆਰਤੀ ਹੋਏ ਖੰਡਨਾ ਤੇਰੀ ਆਰਤੀ, अनता शब्द वाजंत पेरी रहाओ। ਭਵਖੰਡਨ अर्थात हे जन्म मरण कट्टन वाले, अनहता अनहत जो बिना वजाए वजे, एक रस शब्द आवाज़, जीवन रौ, भेरी डफ यानी नगारा। अर्थ हे जीवां दे जन्म मरण नाश करन वाले, कुदरत विच तेरी कैसी सुंदर आरती हो रही है। सब जीवां विच रुमक रही इक्को जीवन रौ, मानो तेरी आरती वास्ते नगारे वज रहे हैं।
सहस तब नैन नन नैन है तोहे, को सहस मूरत नन एक तोही। सहस पद विमल नन एक पद गंध बिन, सहस सब गंध विचरत मोही। सहस यानी हजारा, तव तेरे, नैन अखां, नन कोई नहीं, है ਜਿਹੜਾ ਹੈ ਇਹ ਹੈ ਦਾ ਬਹੁਵਚਨ ਹੈ। ਤੋਹੇ ਕਹੋ ਤੇਰੇ, ਤੈਨੂੰ, ਤੇਰੇ ਵਾਸਤੇ, ਮੂਰਤ ਸ਼ਕਲ, ਨਾ ਕੋਈ ਨਹੀਂ, ਤੋਹੀ ਤੇਰੀ। ਇੱਥੇ ਅੱਖਰ ਤਾ ਦੇ ਨਾਲ ਦੋ ਲੱਗਾ ਹਨ, ਇੱਕ ਹੋੜਾ ਅਤੇ ਦੂਜਾ ਔਂਕੜ। ਅਸਲ ਲਫ਼ਜ਼ ਤੂੰ ਹੀ ਹੈ, ਇੱਥੇ ਤੋਹੀ ਪੜਨਾ ਹੈ। ਪਦ यानी पैर, बिमल यानी साफ, गंध नक, निवतिव इस तरह, चलत कौतक अश्चरज खेड। अर्थ सब जीवां विच व्यापक होण करके हज़ारां तेरियां अखां हन, पर निराकार होण करके हे प्रभु तेरियां कोई अखां नहीं। हज़ारां तेरियां शक्लां हन, पर तेरी कोई भी शक्ल नहीं है। हज़ारां तेरे सोहणे पैर हन, पर निराकार होण करके तेरा एक भी पैर नहीं। हज़ारां तेरे नक हन, पर तू नक तो बिना ही है। तेरे अजिहे कौतक ने मैनू हैरान किया होया है। सब में जोत जोत है सोए, जिस दै चानन सब में चानन होए। विसाखी जोत प्रगट होए, ज्योतिष पावे सो आरती होए। जोत यानी चानन, प्रकाश, सोए ओह प्रभु, तिस दे चानन, उस प्रभु दे चानन नाल, साखी सिੱਖਿਆ ਨਾਲ। अर्थ ਸਾਰੇ ਜੀਵਾਂ ਵਿੱਚ ਇੱਕੋ ਉਹੀ ਪਰਮਾਤਮਾ ਦੀ ਜੋਤ ਵਰਤ ਰਹੀ ਹੈ। ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਅਰਥਾਤ ਸੂਝ-ਬੂਝ ਹੈ। ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤ ਹੈ। ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ। ਅਰਥਾਤ ਪ੍ਰਭੂ ਦੀ ਰਜ਼ਾ ਵਿੱਚ ਤੁਰਨਾ, ਪ੍ਰਭੂ ਦੀ ਆਰਤੀ ਕਰਨੀ ਹੈ। हर चरण कमल मकरंद लोभित, मनो अंदिनो मोहे आही प्यासा। कृपा जल दे नानक सारंग को, वे जाते तेरे नाए वासा। ਮਕਰੰਦ ਫੁੱਲਾਂ ਦੀ ਵਿਚਲੀ ਧੂੜ, ਪੋਲਨ ਡਸਟ ਅਰਥਾਤ ਫੁੱਲਾਂ ਦਾ ਰਸ। ਮਨੋ ਮਨ, ਅੰਦਿਨ ਅੱਖਰ ਨਾ ਦੇ ਨਾਲ ਦੋ ਲੱਗਾ ਹਨ, ਹੋੜਾ ਅਤੇ ਔਂਕੜ। ਅਸਲ ਲਫ਼ਜ਼ ਹੈ ਅੰਦਿਨ, ਇੱਥੇ ਅੰਦਿਨੋ ਪੜਨਾ ਹੈ। ਹਰ ਰੋਜ਼ ਅਰਥਾਤ ਮੋਹ ਮੈਨੂੰ, ਆਹੀ ਹੈ ਰਹਿੰਦੀ ਹੈ, ਸਾਰੰਗ ਪਪੀਹਾ, ਕਉ ਨੂੰ, ਜਾਤੇ ਜਿਸ ਤੋਂ, ਜਿਸ ਨਾਲ, ਤੇਰੇ ਨਾਏ ਤੇਰੇ ਨਾਮ ਵਿੱਚ। ਅਰਥ हे ਹਰੀ ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਉਂਦਾ ਹੈ। ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ, ਜਿਸ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਾਂ। ਹੁਣ ਅਗਲਾ ਸ਼ਬਦ ਹੈ ਜਿਸ ਨੂੰ ਸਮਝਣ ਲਈ ਇੱਕ ਮਿਸਾਲ ਨੂੰ ਸਮਝਣਾ ਹੈ ਕਿ ਜੇ ਪੈਰ ਵਿੱਚ ਕੰਡਾ ਚੁਭ ਜਾਏ ਤਾਂ ਤੁਰਨਾ ਫਿਰਨਾ ਔਖਾ ਹੋ ਜਾਂਦਾ ਹੈ। ਉਸ ਕੰਡੇ ਨੂੰ ਕੱਢਣ ਦੇ ਥਾਂ ਜੇ ਪੈਰਾਂ ਵਿੱਚ ਮਲਮਲ ਦੀ ਜੁੱਤੀ ਪਾ ਲਈਏ ਤਾਂ ਵੀ ਤੁਰਨ ਲੱਗਿਆਂ ਉਹ ਕੰਡਾ ਚੁਭਦਾ ਹੀ ਰਹੇਗਾ। ਮਤਲਬ ਇਹ ਕਿ ਸੁੱਖ ਤਦੋਂ ਹੀ ਹੋਵੇਗਾ ਜਦੋਂ ਉਹ ਕੰਡਾ ਪੈਰ ਵਿੱਚੋਂ ਕੱਢ ਦਿੱਤਾ ਜਾਵੇਗਾ। ਭਾਵ ਇਹ ਕਿ ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਦਾ ਕੰਡਾ ਹੈ ਇਹ ਦੁਖੀ ਹੀ ਕਰਦਾ ਰਹੇਗਾ। ਜੇ ਅੰਦਰ ਨਾਮ ਨਹੀਂ ਬਸਿਆ, ਅੰਦਰਲਾ ਨਿਰਮਲ ਨਹੀਂ ਹੋਇਆ, ਬਾਹਰਲੇ ਧਾਰਮਿਕ ਭੇਖ ਆਦਿ ਮਨੁੱਖ ਨੂੰ ਸੁੱਖ ਨਹੀਂ ਦੇ ਸਕਣਗੇ। ਜੋ ਅੰਦਰੋਂ ਅਧਿਆਤਮ ਤੋਂ ਸਖੜੇ ਹਨ ਲੇਕਿਨ ਉੱਪਰੋਂ ਧਾਰਮਿਕ ਦਿਸਦੇ ਹਨ, ਐਸੇ ਮਨੁੱਖ ਜ਼ਿਆਦਾ ਖਤਰਨਾਕ ਹਨ, ਖੁਦ ਲਈ ਵੀ ਅਤੇ ਸਮਾਜ ਲਈ ਵੀ। रागौड़ी पूर्वी महला चौथा। काम क्रोध नगर बो भरिया मिल साधु खंडल खंडा है। पूर्व लिखे गुर पाया, मन हरलिव मंडल मंडा है। कर साधु अंजलि पुन वड्डा है, कर डंडौत पुन वड्डा है। राव साकत हर रसा न जान्या, तिन अंतर हो मैं कंडा है। जो जो चले चुभह दुख पावे, जमकाल सा है सिर डंडा है। हर जन हर हर नाम समाने, दुख जन्म मरण पव खंडा है। अविनाशी पुरख पाया परमेश्वर, और सोभ खंड ब्रह्मंडा है।
हम गरीब मस्कीन पर तेरे हर राख राख बड़ वड्डा है। जन नानक नाम उधार टेक है, हर नाम में ही सुख मंडा है। इस शब्द ਵਿੱਚ ਜੋ ਭਾਵ ਹੈ ਉਹ ਇਹ ਕਿ ਸਰੀਰ ਵਿੱਚ ਕਾਮ ਕ੍ਰੋਧ ਪ੍ਰਬਲ ਹਨ, ਉਹਨਾਂ ਉੱਪਰ ਗੁਰੂ ਦੀ ਕਿਰਪਾ ਨਾਲ ਹੀ ਵਿਜੈ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰੂ ਨਾਮ ਦੇ ਕੇ ਲਿਵ ਲਵਾ ਦਿੰਦਾ ਹੈ, ਇਸ ਲਈ ਗੁਰੂ ਦੀ ਸ਼ਰਨ ਪੈ ਕੇ ਨਾਮ ਜਪੋ। ਹੁਣ ਇਸ ਸ਼ਬਦ ਦੇ ਅਰਥ ਸਮਝਦੇ। काम क्रोध न गर्भो पर्या मिल साधु खंडल खंडा है। पूरब लिखे गुर पाया मन हर लिव मंडल मंडा है। ਪਦ ਅਰਥ ਕਾਮ ਅਰਥਾਤ ਕਾਮ ਵਾਸਨਾ ਨਾਲ, ਕ੍ਰੋਧ ਕ੍ਰੋਧ ਨਾਲ, ਨਗਰ ਸ਼ਰੀਰ ਨਗਰ, ਮਿਲ ਕੇ, ਸਾਧੂ ਗੁਰੂ, ਖੰਡਲ ਖੰਡਾ ਤੋੜਿਆ ਹੈ। ਪੂਰਬ ਵਿੱਚ ਪਹਿਲੇ ਬੀਤੇ ਸਮੇਂ ਵਿੱਚ, ਪੂਰਬ ਲਿਖੇ ਲਿਖਤ ਪਿਛਲੇ ਕੀਤੇ ਕਰਮਾਂ ਦੇ ਲਿਖੇ ਹੋਏ ਸੰਸਕਾਰਾਂ ਦੇ ਅਨੁਸਾਰ, ਮਨ ਵਿੱਚ, ਮੰਡਲ ਮੰਡਾ ਜੜਿਆ ਹੈ। ਅਰਥ ਮਨੁੱਖ ਦਾ ਇਹ ਸਰੀਰ ਸ਼ਹਿਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ ਤੋੜਿਆ ਜਾ ਸਕਦਾ ਹੈ। ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਜਾਂਦਾ ਹੈ, ਉਸ ਦੇ ਮਨ ਵਿੱਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ, ਅਰਥਾਤ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ। कर साधु अंजलि पुन वड्डा है, कर डंडौत पुन वड्डा है। राव ਅੰਜਲੀ ਦੋਵੇਂ ਹੱਥ ਜੁੜੇ ਹੋਏ, ਅੰਜਲੀ ਪੁਨ ਭਲਾਕਮ, ਡੰਡੌਤ ਲੰਮੇ ਪੈ ਕੇ ਨਮਸਕਾਰ। ਰਹਾਉ ਦੀ ਇਸ ਪੰਕਤੀ ਦਾ ਅਰਥ ਹੈ, ਹੇ ਭਾਈ ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ। ਗੁਰੂ ਅੱਗੇ ਢਹਿ ਪਾਓ, ਇਹ ਬੜਾ ਨੇਕ ਕੰਮ ਹੈ। साकत हर रसा न जान्या तिन अंतर हो मैं कंडा है। जो चले चुभ है दुख पावे, जमकाल सा है सिर डंडा है। ਸਾਕਤ ਰੱਬ ਨਾਲੋਂ ਟੁੱਟੇ ਹੋਏ ਮਨੁੱਖ, ਸਾਧ ਯਾਨੀ ਸਵਾਦ, ਤਿੰਨ ਅੰਤਰ ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਵਿੱਚ ਚਲਹਿ ਤੁਰਦੇ ਹਨ। ਚੁਭਦਾ ਹੈ ਕਿ ਕੰਡਾ ਚੁਭਦਾ ਹੈ। ਜਮਕਾਲ ਮੌਤ, ਆਤਮਕ ਮੌਤ। ਸਿਰ ਉੱਤੇ। ਅਰਥ ਹੋਇਆ, ਜਿਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸਵਾਦ ਨੂੰ ਸਮਝ ਨਹੀਂ ਸਕਦੇ। ਉਹਨਾਂ ਨੂੰ ਅਹੰਕਾਰ ਦਾ ਮਾਨੋ ਕੰਡਾ ਚੁਭਿਆ ਹੋਇਆ ਹੈ। ਜਿਉਂ-ਜਿਉਂ ਉਹ ਤੁਰਦੇ ਹਨ, ਜਿਉਂ-ਜਿਉਂ ਉਹ ਹਉਮੈ ਦੇ ਸੁਭਾਅ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ ਚੁਭਦਾ ਹੈ। ਉਹ ਦੁੱਖ ਪਾਉਂਦੇ ਹਨ ਅਤੇ ਆਪਣੇ ਸਿਰ ਉੱਤੇ ਆਤਮਕ ਮੌਤ ਰੂਪੀ ਡੰਡਾ ਸਹਾਰਦੇ ਹਨ। ਆਤਮਕ ਮੌਤ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ। हर जन हर हर नाम समाने, दुख जन्म मरण पव खंडा है। अविनाशी पुरख पाया परमेश्वर, वो सोभ खंड ब्रह्मंडा है। ਨਾਮ ਅਰਥਾਤ ਨਾਮ ਵਿੱਚ, ਸਮਾਣੇ ਲੀਨ ਮਸਤ, ਭਾਉ ਸੰਸਾਰ, ਖੰਡਾ ਹੈ ਨਾਸ਼ ਕਰ ਲਿਆ ਹੈ, ਸੋਭ ਸ਼ੋਭਾ, ਖੰਡ ਬ੍ਰਹਮੰਡਾ ਸਾਰੇ ਜਗਤ ਵਿੱਚ। ਅਰਥ ਹੋਇਆ, ਪਿਛਲੀ ਪੰਕਤੀ ਵਿੱਚ ਅਸੀਂ ਸਮਝਿਆ ਸੀ ਕਿ ਕਿਵੇਂ ਹਉਮੈ ਦੇ ਕੰਡੇ ਨਾਲ ਵਿਅਕਤੀ ਦੁੱਖ ਪਾਉਂਦਾ ਹੈ, ਲੇਕਿਨ ਦੂਜੇ ਪਾਸੇ ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕਟਿਆ ਜਾਂਦਾ ਹੈ। ਉਹਨਾਂ ਨੂੰ ਕਦੇ ਨਾਸ਼ ਨਾ ਹੋਣ ਵਾਲਾ ਸਰਵ ਵਿਆਪਕ ਪਰਮੇਸ਼ਰ ਮਿਲ ਪੈਂਦਾ ਹੈ। ਉਹਨਾਂ ਦੀ ਸ਼ੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਹੋ ਜਾਂਦੀ ਹੈ। हम गरीब मस्कीन पर तेरे हर राख राख बड़ वड्डा है। जन नानक नाम उधार टेक है, हर नाम में ही सुख मंडा है। पद अर्थ मस्कीन यानी आजिज। प्रभ हे प्रभु, राख रख्या कर, आधार आसरा, नामे नाम ही, नाम विच ही, मंडा मिलिया। अर्थ होया, हे प्रभु असी जीव तेरे दर ते गरीब मंगते हैं, तू सब तो वड्डा सहाई है, सानू इन्हां कामादिक बुराइयां तो बचा लै। हे प्रभु तेरे दास नानक नू तेरा नाम ही आसरा है, तेरा नाम ही सहारा है, तेरे नाम विच जुड़िया ही सुख मिलता है। हुण अगले शब्द विच सात संगत नू बेनती कीती गई है। रागौड़ी पूर्वी महला पंजवा।
करो बेनंती सुनो मेरे मीता, संत टहल की बेला, इहा खाट चलो हरलाहा, आ गया बसन सोहिला। खुद कटै दिन से रहना रे, मन गुरमिल काज सवारे। रहाओ यह संसार विकार संशय में, तरियो ब्रह्म ज्ञानी, जिसे जगाए पी आवे यह रस, अकथ कथा तिन जानी। जाको आए सोई बिहाजो, हर गुरते मने बसेरा, जिचकर महल पावो सुख सहजे, बोर न होए गो फेरा। अंतर्जामी पुरख विधाते, सरदा मन की पूरे, नानक दास ये है सुख मांगे, मोको कर संतन की तूर। ਇਸ ਸ਼ਬਦ ਵਿੱਚ ਦੱਸਿਆ ਹੈ ਕਿ ਸੰਤ ਕੀ ਟਹਿਲ, ਨਾਮ ਦੀ ਪ੍ਰਾਪਤੀ ਅਤੇ ਸਵੈ ਸਰੂਪ ਦੀ ਲਖਤਾ ਹੀ ਅਸਲ ਲਾਹਾ ਹੈ, ਜਿਸ ਨੂੰ ਇਸੇ ਜੀਵਨ ਵਿੱਚ ਖਟਣਾ ਹੈ। ਇਹੀ ਜੀਵਾਤਮਾ ਦੇ ਸੁੱਖ ਲਈ ਅਸਲ ਉਪਾਅ ਹੈ। ਇਸ ਲਈ ਵਕਤ ਬਿਰਥਾ ਨਾ ਗਵਾਓ, ਸਫਲਾ ਕਰੋ। ਹੁਣ ਇਸ ਸ਼ਬਦ ਦੇ ਵੀ ਅਰਥ ਸਮਝਦੇ ਹਾਂ। रागोड़ी पूर्वी महला पंजवा। करो बेनंती सुनो मेरे मीता, संत टहल की बेला, इहा खाट चलो हरलाहा, आ गया बसन सोहिला। ਪਦ ਅਰਥ ਕਰੋ ਕਰੋ, ਮੈਂ ਕਰਦਾ ਹਾਂ। ਇਹ ਵਰਤਮਾਨ ਕਾਲ ਉੱਤਮ ਪੁਰਖ ਇੱਕ ਵਚਨ ਹੈ ਵਿਆਕਰਣ ਦੇ ਮੁਤਾਬਕ। ਸੁਣੋ, ਤੁਸੀਂ ਸੁਣੋ, ਇਹ ਵਿਆਕਰਣ ਦੇ ਮੁਤਾਬਕ ਇਹ ਹੁਕਮੀ ਭਵਿੱਖਤ ਮੱਧਮ ਪੁਰਖ ਬਹੁਵਚਨ ਹੈ। ਬੇਲਾ ਯਾਨੀ ਵੇਲਾ, ਮੌਕਾ। ਈਹਾ ਇੱਥੇ ਇਸ ਜਨਮ ਵਿੱਚ, ਖਾਟ ਖੱਟ ਕੇ ਕਮਾ ਕੇ, ਲਾਹਾ ਲਾਭ ਖੱਟੀ, ਆਗੇ ਅੱਗੇ ਪਰਲੋਕ ਵਿੱਚ, ਬਸਨ ਵਸਣਾ ਵਸੂ, ਸੁਹੇਲਾ ਸੌਖਾ ਆਰਾਮਦਾਇਕ। ਅਰਥ ਹੋਇਆ, ਹੇ ਮੇਰੇ ਮਿੱਤਰੋ ਸੁਣੋ, ਮੈਂ ਬੇਨਤੀ ਕਰਦਾ ਹਾਂ, ਹੁਣ ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। ਜੇ ਸੇਵਾ ਕਰੋਗੇ ਤਾਂ ਇਸ ਜਨਮ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਏਗਾ। खुद कटै दिन से रहना रे, मन गुरमिल काज सवारे। रहाओ शब्द अर्थ औध यानी उम्र, रहना यानी रात रैन, मन हे मन, मिल मिल के, सवारे सवार सवार लै। ਇਹ ਰਹਾਉ ਦੀ ਪੰਕਤੀ ਹੈ। ਸ਼ਬਦ ਦਾ ਕੇਂਦਰੀ ਭਾਵ ਹੈ ਕਿ हे मन, दिन रात बीत बीत के उम्र ਘਟਦੀ ਜਾ ਰਹੀ ਹੈ। हे ਮੇਰੇ ਮਨ, ਗੁਰੂ ਨੂੰ ਮਿਲ ਕੇ ਮਨੁੱਖਾ ਜੀਵਨ ਦਾ ਕੰਮ ਸਿਰੇ ਚਾੜ। यह संसार विकार संशय में, तरियो ब्रह्म ज्ञानी, जिसे जगाए पी आवे यह रस, अकथ कथा तिन जानी। ਪਦਾਰਥ ਹੋਇਆ ਵਿਕਾਰ ਯਾਨੀ ਵਿਕਾਰ ਰੂਪ ਵਿਕਾਰਾਂ ਨਾਲ ਭਰਿਆ ਹੋਇਆ। ਸੰਸੇ ਮਹਿ, ਸਹਸਿਆਂ ਵਿੱਚ, ਤੌਖਲਿਆਂ ਵਿੱਚ, ਸ਼ੰਕਾ ਵਿੱਚ। ਜਿਸ ਮਨੁੱਖ ਨੂੰ ਜਗਾਏ ਜਗਾ ਕੇ, ਪਿਆਵੇ ਪਿਲਾਉਂਦਾ ਹੈ, ਤਿੰਨ ਉਸਨੇ। ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। ਜਗਤ ਦੇ ਜੀਵ ਤੌਖਲਿਆਂ ਵਿੱਚ, ਸੰਸ਼ਿਆਂ ਵਿੱਚ ਡੁੱਬ ਰਹੇ ਹਨ। ਇਹਨਾਂ ਵਿੱਚੋਂ ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ ਪਛਾਣ ਪਾ ਲਈ ਹੈ। ਅਰਥਾਤ ਵਿਕਾਰਾਂ ਵਿੱਚ ਸੁੱਤੇ ਹੋਏ ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ ਅੰਮ੍ਰਿਤ ਪਿਲਾਉਂਦਾ ਹੈ, ਉਸ ਮਨੁੱਖ ਨੇ ਅਕਥ ਪ੍ਰਭੂ ਦੀਆਂ ਗੱਲਾਂ, ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਜਾਚ ਸਿੱਖ ਲਈ ਹੈ। जाको आए सोई बिहाजो, हर गुरते मने बसेरा, जिचकर महल पावो सुख सहजे, बोर न होए गो फेरा। जाको जिस मनोरथ वास्ते, बिहाजो खरीदो यानी वणज करो, व्यापार करो, ते तो दी राही, मनह मन विच ही, निज कर अपने घर विच, अपने हिरदे विच, महल परमात्मा दा टिकाना। सहजे सहज आत्मक अडोलता विच, बहोर फिर। अर्थ होया, हे भाई, जिस कम वास्ते इत्थे आए हो उसका वणज करो, उसका व्यापार करो। वो व्यापार की है? वो हरि नाम गुरु दे राही ही मन विच वस सकता है। जे गुरु दी शरण पवोगे तां आत्मक आनंद अते अडोलता विच टिक के अपने अंदर ही परमात्मा दा टिकाणा लभ लवोगे। फिर मुड़ जन्म मरण दा गेड़ नहीं होवेगा।
अंतर्जामी पुरख विधाते सरदा मन की पूरे, नानक दास ये है सुख मांगे मोको कर संतन की तूरे। ਅੰਤਰਜਾਮੀ हे ਦਿਲਾਂ ਦੀ ਜਾਣਨ ਵਾਲੇ, हे ਸਭ ਵਿੱਚ ਵਿਆਪਕ, ਵਿਧਾਤੇ हे ਸਿਰਜਣਹਾਰ, ਪੂਰੇ ਪੂਰੀ ਕਰ, ਮਾਗੇ ਮੰਗਦਾ ਹੈ, ਮੋਕੋ ਮੈਨੂੰ, ਧੂਰੇ ਚਰਨ ਧੂੜ। ਅਰਥ ਹੋਇਆ, हे ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਵ ਵਿਆਪਕ ਸਿਰਜਣਹਾਰ, ਮੇਰੇ ਮਨ ਦੀ ਇੱਛਾ ਪੂਰੀ ਕਰ। ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ। ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਸ਼ਬਦ ਦੇ ਵਿੱਚ ਅਖੀਰਲੇ ਅੰਕ 5 ਦਾ ਕੀ ਭਾਵ ਹੈ। ਇਸ ਅੰਕ 5 ਦਾ ਭਾਵ ਇਹ ਹੈ ਕਿ ਇਸ ਸੰਗ੍ਰਹਿ ਸੋਹਿਲੇ ਵਿੱਚ ਦਾ ਇਹ 5ਵਾਂ ਸ਼ਬਦ ਹੈ। ਇਸੇ ਨਾਲ ਹੀ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹਿ ਦਿਲੋਂ ਆਪ ਸਭ ਦਾ ਧੰਨਵਾਦ। ਅਰਥ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਖਿਮਾ ਬਖਸ਼ਣ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸੇ ਪ੍ਰਸੰਗ ਨੂੰ ਜਾਰੀ ਰੱਖਦੇ ਹੋਏ। ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।